ਐਦੋਂ ਮਾੜਾ ਦਿਨ ਨਾ ਕਿਸੇ ਤੇ ਆਵੇ ਜਦੋਂ ਪੁੱਤਰ ਦੀ ਚਿਖਾ ਨੂੰ ਪਿਓ ਅੱਗ ਵਿਖਾਵੇ। ਬੜਾ ਔਖਾ ਹੋ ਜਾਂਦਾ ਹੈ ਕਿਸੇ ਜਵਾਨ ਪੁੱਤ ਦੀ ਚਿਖਾ ਨੂੰ ਅੱਗ ਦਿਖਾਉਣਾ। ਤੇ ਬੜੀ ਹੀ ਅਣਹੋਣੀ ਘਟਨਾ ਵਾਪਰੀ ਹੈ ਮਜੀਠਾ ਨੇੜਲੇ ਪਿੰਡ ਨੰਗਲ ਪਨੂਆ ਵਿੱਚ, ਜਿੱਥੇ ਇੱਕ ਰਾਘਵ ਸ਼ਰਮਾ ਨਾਂ ਦਾ 22 ਸਾਲਾ ਗੱਭਰੂ ਸਰਦਾਰ ਸ਼੍ਰੀ ਸੋਹਣ ਲਾਲ ਜੀ ਦਾ ਬੇਟਾ ਸਲਫਾਸ ਨਿਕਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਗਿਆ ਸਦਾ ਸਦਾ ਦੇ ਲਈ। ਤੇ ਜਾਣਕਾਰ ਸੂਤਰਾਂ ਤੋਂ ਇਹ ਵੀ ਲੱਗਾ ਹੈ ਕਿ ਮਨਦੀਪ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਉਸ ਕੋਲੋਂ ਕਾਗਜ਼ਾਤ ਲਏ ਕਿ ਉਸ ਨੂੰ ਕਿਤੇ ਸਰਕਾਰੀ ਨੌਕਰੀ ਦਿਵਾਵੇਗਾ ਅਤੇ ਇਸ ਬਦਲੇ ਉਸ ਕੋਲ ਪੈਸੇ ਵੀ ਮੰਗੇ ਗਏ ਤੇ ਉਹਨਾਂ ਨੇ ਪੈਸੇ ਵੀ ਤੇ ਸਰਕਾਰੀ ਕਾਗਜ਼ਾਤ ਵੀ ਦੇ ਦਿੱਤੇ। ਅਤੇ ਪੁਲਿਸ ਰਿਪੋਰਟ ਅਨੁਸਾਰ ਇਹ ਪਤਾ ਲੱਗਦਾ ਹੈ ਕਿ ਉਸ ਵਿਅਕਤੀ ਨੇ ਉਹਨਾਂ ਕਾਗਜ਼ਾਂ ਦੇ ਉੱਤੇ ਕੋਈ ਗੱਡੀ ਫਾਈਨਾਂਸ ਕਰਵਾ ਲਈ ਸੀ ਅਤੇ ਗੱਡੀ ਵਾਲੇ ਉਸ ਦੇ ਕੋਲੋਂ ਵਾਰ-ਵਾਰ ਪੈਸੇ ਮੰਗਦੇ ਸੀ ਅਤੇ ਉਸ ਦੀ ਹਾਲਤ ਅਜਿਹੀ ਨਹੀਂ ਸੀ ਕਿ ਉਹ ਗੱਡੀ ਦੇ ਪੈਸੇ ਤਾਰ ਸਕਦਾ। ਤੇ ਜਦੋਂ ਉਸ ਨੂੰ ਘੋਖਿਆ ਗਿਆ ਤਾਂ ਫਿਰ ਸਾਹਮਣੇ ਆਇਆ ਕਿ ਉਹੀ ਕਾਗਜ਼ ਜਿਹੜੇ ਮਨਦੀਪ ਸਿੰਘ ਨੇ ਉਹਨਾਂ ਤੋਂ ਖੜੇ ਸੀ, ਉਹਨਾਂ ਦੇ ਹੀ ਜ਼ਰੀਏ ਇਹ ਜਿਹੜੀ ਗੱਡੀ ਫਾਈਨਾਂਸ ਕਰਵਾ ਲਈ ਸੀ ਰਾਘਵ ਸ਼ਰਮਾ ਦੇ ਨਾਂ 'ਤੇ, ਜਿਸ ਕਰਕੇ ਰਾਘਵ ਸ਼ਰਮਾ ਨੂੰ ਆਪਣੀ ਜਾਨ ਦੇਣੀ ਪਈ ਹੈ। ਅਤੇ ਇਸ ਸੰਬੰਧੀ ਪੁਲਿਸ ਵੱਲੋਂ ਜੁਰਮ 306 IPC ਅਤੇ ਜੁਰਮ ਵਾਧਾ 420 468 IPC ਦਰਜ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ। ਇੱਥੇ ਇਹ ਵੀ ਗੱਲ ਦੱਸਣੀ ਯੋਗ ਬਣਦੀ ਹੈ ਕਿ ਰਾਘਵ ਸ਼ਰਮਾ ਅਤੇ ਉਸਦੇ ਪਰਿਵਾਰ ਵਾਲੇ ਥਾਣਾ ਮਜੀਠਾ ਵਿਖੇ ਦਰਖਾਸਤ ਦੇਣ ਲਈ ਆਏ ਸੀ ਅਤੇ ਮੌਕੇ 'ਤੇ ਮੁਨਸ਼ੀ ਨੇ ਉਹਨਾਂ ਦੀ ਦਰਖਾਸਤ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਇਹ ਵੀ ਇਲਜ਼ਾਮ ਲਾਇਆ ਕਿ ਹੋ ਸਕਦਾ ਤੁਹਾਂ ਆਪੇ ਵੇਚ ਲਈ ਹੋਵੇ। ਉਹਨਾਂ ਦੀ ਸੁਣਵਾਈ ਨਹੀਂ ਹੋਈ। ਜੇ ਉਹਨਾਂ ਦੀ ਟਾਈਮ ਨਾਲ ਸੁਣਵਾਈ ਹੋ ਜਾਂਦੀ ਤੇ ਅੱਜ ਕਿਸੇ ਜਵਾਨ ਗੱਭਰੂ ਨੇ ਆਤਮ ਹੱਤਿਆ ਨਹੀਂ ਸੀ ਕਰਨੀ, ਕਿਸੇ ਮਾਂ ਨੂੰ ਨਿਪੁੱਤੀ ਨਹੀਂ ਸੀ ਹੋਣਾ ਪੈਣਾ। ਅਕਸਰ ਜ਼ੁਲਮ ਉਦੋਂ ਵੱਧਦੇ ਆ ਜਦੋਂ ਇਨਸਾਫ ਵਿੱਚ ਦੇਰੀ ਹੁੰਦੀ ਹੈ ਤੇ ਮਜੀਠੇ ਥਾਣੇ ਦੀ ਇਹ ਫਿਤਰਤ ਬਣ ਗਈ ਹੈ ਕਿ ਪਹਿਲੀ ਗੱਲ ਤੇ ਦਰਖਾਸਤ ਗੈਣ ਗਿਆ ਨੂੰ ਜਲੀਲ ਕਰ ਦੇਣਾ ਇਹਨਾਂ ਨੇ, ਤੇ ਫਿਰ ਇਹਨਾਂ ਨੇ ਦੇਰੀ ਇੰਨੀ ਕੁ ਜ਼ਿਆਦਾ ਕਰ ਦੇਣੀ ਹੈ ਕਿ ਕਿਸੇ ਵੀ ਮੁਜਰਮ ਨੂੰ ਹੋਰ ਜੁਰਮ ਕਰਨ ਲਈ ਉਕਸਾਇਆ ਜਾਂਦਾ। ਅੰਤ ਵਿੱਚ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਅਫਸਰਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਇਨਸਾਫ ਵਿੱਚ ਦੇਰੀ ਕਰਦੇ ਨੇ ਤੇ ਮੁਜਰਮਾਂ ਨੂੰ ਆਜ਼ਾਦ ਘੁੰਮਣ ਦਾ ਮੌਕਾ ਦਿੰਦੇ ਨੇ, ਕਿਉਂਕਿ ਜਦ ਤੱਕ ਮੁਜਰਮ ਨੂੰ ਨੱਥ ਨਹੀਂ ਪਾਈ ਜਾਵੇਗੀ ਤਦ ਤੱਕ ਪੰਜਾਬ ਵਿੱਚੋਂ ਜ਼ੁਰਮ ਖਤਮ ਨਹੀਂ ਹੋਣਾ। ਉਹ ਦਰਖਾਸਤ ਲੈ ਕੇ ਕਾਰਵਾਈ ਕਰ ਰਹੀ ਉਸ ਤੇ ਵੀ ਕਾਰਵਾਈ ਹੋਈ। ਉਹ ਤੁਹਾਡੇ ਕੋਲ ਦਰਖਾਸਤ ਦੀ ਰਸੀਵਿੰਗ ਦੇਤੀ, ਜੋ ਉਹਦੇ ਖਿਲਾਫ ਬੰਦੀ ਕਾਰਵਾਈ ਹੋਏਗੀ ਸੀਨੀਅਰ ਅਫਸਰਾਂ ਨਾਲ ਗੱਲ ਕਰ ਲਈ, ਆਉਣੀ ਡੇ ਇੱਥੇ ਉਹਨੂੰ ਆਪਾਂ ਦਰਖਾਸਤਾਂ ਰਹਿ ਜਾਂਦੀਆਂ, ਕੋਈ ਕਾਰਵਾਈ ਨਹੀਂ ਹੁੰਦੀ। ਜਦ ਤੱਕ ਸੀਨੀਅਰ ਸਾਹਿਬ ਆਉਂਦੇ ਨਹੀਂ ਅੰਦਰ ਧਰਨਾ ਨਹੀਂ ਚੁੱਕਾ ਜਾਏਗਾ ਜੀ। ਬੇਇਨਸਾਫੀ ਬੇਬੁਨਿਆਦੀ ਗੱਲਾਂ ਕੋਈ ਨਹੀਂ ਇਹਦਾ ਕੰਮ ਕਰਨਾ, ਧਰਨਾ ਚੁੱਕਾ ਜਾਏਗਾ ਜਦ ਤੱਕ ਸਾਨੂੰ ਬੱਚੇ ਦਾ ਇਨਸਾਫ ਨਹੀਂ ਮਿਲੂਗਾ। ਸਰ ਪੁੱਛੋ ਇੱਥੇ ਉਹਨਾਂ ਦਾ ਧਰਨਾ ਨਹੀਂ ਚੁੱਕਾ ਜਾਏਗਾ। ਪੈਸੇ ਲੈ ਕੇ ਕੰਮ ਕਰਦੇ ਸਾਰੇ ਸਵਾਲ ਫੁੱਕਾ ਮਾਰਿਆ ਕੰਮ ਨਹੀਂ ਚੱਲਣਾ। ਅਸੀਂ ਪੱਕਾ ਬੰਦ ਕਰ ਦੇਣਾ ਜੇ ਨਾ ਕਾਰਵਾਈ ਕੀਤੀ ਜਾਏ। ਭਾਈ ਦੋਸ਼ੀ ਜਦ ਤੱਕ ਮੌਜੂਦ ਨੇ ਦੇਣਾ ਪਿੰਡ ਦਾ ਉਹਦੇ ਘਰ ਦਾ ਪਹੁੰਚਣ ਦਾ ਪਹੁੰਚਾਵਾਂਗੇ। ਸਿੰਘ ਥਾਣੇ 'ਚ ਮੌਜੂਦ ਆ ਜੀ, ਉਹਨੂੰ ਹੁਣੇ ਅਰੈਸਟ ਕਰੋ। ਸਾਡਾ ਬੱਚਾ ਮਰ ਗਿਆ ਤਾਂ ਬੱਚੇ ਚੁੱਕ ਲਿਆਵਾਂਗੇ, ਅਸੀਂ ਪ੍ਰਾਈਵੇਟ ਚੁੱਕ ਕੇ ਲਿਆਵਾਂਗੇ। ਉਹਦੇ ਖਿਲਾਫ ਉਹੀ ਅਫਸਰਾਂ ਦੇ ਧਿਆਨ 'ਚ ਲੈਂਦੇ। ਹੁਣ ਜਗਦੀਪ ਸਿੰਘ ਕਿੱਥੇ ਭਾਈ? ਜਗਦੀਪ ਸਿੰਘ ਕਿੱਥੇ ਹੋਣਾ? ਜਗਦੀਪ ਸਿੰਘ ਕਿੱਥੇ ਆ? ਬੰਦਾ ਭਗੌੜਾ ਹੁੰਦਾ ਤੁਸੀਂ ਕਿੱਦਾਂ ਚੱਕ ਲਓ? ਜਗਦੀਪ ਸਿੰਘ ਨੂੰ ਕਿੱਥੇ ਆ? ਸਾਡੇ ਤੋਂ ਭੱਜ ਕੇ ਤੁਸੀਂ ਪ੍ਰਾਈਵੇਟ ਭਗੌੜਾ ਹੁੰਦਾ ਲੜਾਈ ਕਰਕੇ ਉਹਨੂੰ ਕਿੱਦਾਂ ਉਹਦੇ ਬੱਚੇ ਕਿੱਦਾਂ ਚੱਕਦੇ, ਤੁਸੀਂ ਕਿੱਦਾਂ ਚੱਕਦੇ? ਮੁਲਾਜ਼ਮ ਨੂੰ ਕਿੱਦਾਂ ਨਹੀਂ ਚੱਕਦੇ? ਮੁਲਾਜ਼ਮ ਦਾ ਪ੍ਰੂਫ ਨਹੀਂ ਹੈਗਾ, ਉਹਦਾ ਪਿੰਡ ਦਾ ਪਤਾ ਨਹੀਂ ਲੱਗਦਾ, ਉਹਦੇ ਡਾਕੂਮੈਂਟ ਨਹੀਂ ਤੁਹਾਡੇ ਹੁੰਦੇ। ਜਿਹੜੀ ਆਪਣੀ ਗੱਲ ਜਿਹੜੀ ਆਪਾਂ ਰੱਖੀ ਮੰਗਾ ਜਿਹੜੀਆਂ ਹੈਗੀਆਂ ਠੀਕ ਨਹੀਂ, ਆਪਾਂ ਸਵੇਰ ਦੇ ਇਹੋ ਕਰਾਉਣ ਡਏ ਆ। ਚਲੋ ਤੁਹਾਨੂੰ ਨਹੀਂ ਅਸੀਂ ਬਾਹਰ ਮਿਲਿਆ, ਅਸੀਂ ਅੰਦਰ ਇਹੋ ਕੰਮ ਕਰਾਉਣ ਡਏ ਜਾ ਕੇ ਸਾਰਾ ਵੀ ਜੋ ਆਪਣੀਆਂ ਮੰਗਾਂ ਉਹ ਆਪਾਂ ਕਰਾਈਆਂ ਨਾ। ਕੋ ਰੇਡ ਇਹਨਾਂ ਦੇ ਫੋਨ ਟਰੇਸ ਤੇ ਆਪਾਂ ਲਵਾਤੇ ਆ, ਰੇਡ ਕਰਨ ਵਾਸਤੇ ਭੇਜਤੇ ਦੋਵਾਂ ਜਗ੍ਹਾ ਤੇ। ਜਿਹੜੀ ਇੱਥੇ ਇਹਨਾਂ ਦੀ ਕੋਠੀ ਯਾਰ ਪਿੰਡ ਵਾਲੇ ਵੀ ਟੀਮਾਂ ਭੇਜਤੀਆਂ ਵਾ। SSP ਦਾ ਜਿਹੜਾ ਖੁਦ ਆਪ ਆ ਗਿਆ ਹੁਣ ਵੀ ਜਿਹੜਾ ਜ਼ਰੂਰ ਜੋ ਆਪਣੀ ਕਾਰਵਾਈ ਕਰਾਉਣੀ ਉਹ ਲਿਖਤੀ ਰੂਪ ਦੇ ਵਿੱਚ ਆਪਾਂ ਨੂੰ ਦਿੱਤੇ ਰਿਟਰਨ ਦੇ ਵਿੱਚ ਦੇ। ਚਲੋ ਸਰ ਇਹ ਵਾਲਾ ਕੇਸ ਹੋ ਗਿਆ, ਜਿਹੜੇ ਬਾਕੀ ਕੇਸ ਆ ਨਾ ਮਤਲਬ ਟੋਟਲੀ ਕੇਸ ਇਦਾਂ ਹੀ ਚੱਲ ਰਹੇ ਆ, ਕਿਸੇ ਵੀ ਕੇਸ ਦੇ ਕੋਈ ਇਨਕੁਆਇਰੀ ਨਹੀਂ ਹੁੰਦੀ। ਠੀਕ ਹੈ, ਪੈਸੇ ਲੈ ਕੇ ਕੰਮ ਹੁੰਦਾ ਇੱਥੇ। ਠੀਕ ਹੈ, 1000 ਰੁਪਇਆ 1200 ਰੁਪਏ ਦੇ ਬਿਨਾਂ ਤੁਰਦੇ ਨਹੀਂ ਆ। ਯਾਰ 1200 ਰੁਪਏ ਦੇ ਬਿਨਾਂ ਤੁਰਦੇ ਨਹੀਂ। ਪੁੱਛ ਲਓ ਸਾਹਮਣੇ ਜਗਦੀਸ਼ ਨੂੰ ਬੁਲਾ ਲਓ। ਸਾਨੂੰ ਪਿੰਡ ਦਾ ਦੱਸੋ, ਮੁਨਸ਼ੀ ਦਾ ਪਿੰਡ ਦਾ ਦੱਸੋ, ਤੁਸੀਂ ਪਿੰਡ ਦਾ ਕੀ ਆਦਾ ਨਾ? ਮੁਨਸ਼ੀ ਦਾ ਪਿੰਡ ਕਹਿੰਦੇ ਆਪਾਂ ਮੁਨਸ਼ੀ ਦਾ ਇਹ ਨਹੀਂ ਗੱਲ ਹੈਗੀ ਮੁਖਤਾਰ ਸਾਹਿਬ। ਮੁਨਸ਼ੀ ਦਾ ਪਿੰਡ ਦਾ ਅਸਲ ਲਾਪਰਵਾਹੀ ਦਾ ਕਰਕੇ ਕੁਛ ਹੋਇਆ। ਇਹਨਾਂ ਨੇ ਰਿਪੋਰਟ ਨਹੀਂ ਲਿਖੀ ਤਦ ਇਹ ਸਾਨੂੰ ਇੱਥੇ ਆਣ ਕੇ ਬਹਿਣਾ ਪਿਆ। ਪਹਿਲਾਂ ਸਾਡੀ FI ਦਰਜ ਨਹੀਂ ਕੀਤੀ ਇਹਨਾਂ ਨੇ। ਪੁਲਿਸ ਪ੍ਰਸ਼ਾਸਨ ਮੁਰਦਾਬਾਦ, 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 ਪੁਲਿਸ ਪ੍ਰਸ਼ਾਸਨ
ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਗੰਦੀ ਸਰਕਾਰ ਗੰਦੀ ਸਰਕਾਰ ਗੰਦੀ ਸਰਕਾਰ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਿੱਦਣ ਸਾਡਾ ਬੱਚਾ ਪਰਚਾ ਦੇਣ ਆਇਆ ਸੀ ਇਹਨਾਂ ਨੇ ਪਰਚਾ ਦਰਜ ਨਹੀਂ ਕੀਤਾ। ਜੇ ਉਦੋਂ ਹੀ ਪਰਚਾ ਦਰਜ ਕੀਤਾ ਹੁੰਦਾ ਅੱਜ ਸਾਡਾ ਬੱਚਾ ਸਾਡੇ ਕੋਲ ਹੋਣਾ ਸੀ। ਇਹਨਾਂ ਨੇ ਰਿਸ਼ਵਤ ਖਾਧੀ, ਅੰਦਰ ਵੜ ਕੇ ਰਿਸ਼ਵਤ ਖਾ ਲਈ, ਸਾਡਾ ਬੱਚਾ ਖੋ ਲਿਆ ਇਹਨਾਂ ਨੇ। ਪੁਲਿਸ ਪ੍ਰਸ਼ਾਸਨ ਹਾਏ ਹਾਏ, ਪੁਲਿਸ ਪ੍ਰਸ਼ਾਸਨ ਹਾਏ ਹਾਏ, ਪੁਲਿਸ ਪ੍ਰਸ਼ਾਸਨ ਹਾਏ ਹਾਏ, ਪੰਜਾਬ ਸਰਕਾਰ ਹਾਏ ਹਾਏ, ਪੰਜਾਬ ਸਰਕਾਰ ਹਾਏ ਹਾਏ, ਪੰਜਾਬ ਪੁਲਿਸ ਹਾਏ ਹਾਏ, ਪੰਜਾਬ ਪੁਲਿਸ ਹਾਏ ਹਾਏ, ਪੰਜਾਬ ਪੁਲਿਸ ਹਾਏ ਹਾਏ। ਸਾਡਾ ਬੱਚਾ ਇਹਨਾਂ ਨੇ ਖਾਤਾ ਆ, ਇਹਨਾਂ ਨੇ ਹੀ ਮਰਵਾਇਆ ਵਾ। ਜੇ ਇਹ ਉਧਰ ਪਰਚਾ ਦਰਜ ਕਰ ਲੈਂਦੇ ਤੇ ਅੱਜ ਸਾਡਾ ਬੱਚਾ ਸਾਡੇ ਕੋਲ ਹੋਣਾ ਸੀ। ਸਾਡੇ ਬੱਚੇ ਨੂੰ ਧਮਕੀਆਂ ਦਿੰਦੇ ਰਹੇ ਆ। ਤੁਸੀਂ ਬੱਚੇ ਦੇ ਕੀ ਲੱਗਦੇ ਜੀ? ਉਹਦੀ ਮਾਮੀ ਲੱਗਦੀ ਆ। ਮੇਰੇ ਕੋਲ ਪਰਸੋਂ ਹੀ ਹੋ ਕੇ ਆਇਆ, ਕਹਿੰਦਾ ਮਾਮੀ ਮੈਂ ਬੜਾ ਦੁਖੀ ਆ, ਮੈਂ ਬੜਾ ਪਰੇਸ਼ਾਨ ਆ। ਉਹ ਮੈਨੂੰ ਕਿਹੜੇ ਕੰਮਾਂ 'ਚ ਫਸਾਤਾ ਇਹਨਾਂ ਨੇ, ਮੈਨੂੰ ਕਿਹੜੇ ਕੰਮਾਂ 'ਚ ਫਸਾਤਾ। ਮੇਰੇ ਸਾਰੇ ਡਾਕੂਮੈਂਟ ਖੋਲੇ, ਸਾਰੇ ਡਾਕੂਮੈਂਟ ਤੇ ਪਤਾ ਨਹੀਂ ਕੀ ਉਹ ਭਾਈ ਨੇ ਕਰ ਛੜਿਆ ਮੁੰਡੇ ਨਾਲ। ਧਮਕੀਆਂ ਦਿੱਤੀਆਂ ਨੂੰ ਇੰਨੀਆਂ ਕੋਈ ਹਿਸਾਬ ਨਹੀਂ। ਉਹ ਬੜਾ ਪਰੇਸ਼ਾਨ ਸੀ ਪਰ ਇੰਨਾ ਨਹੀਂ ਪਤਾ ਸੀ ਬੱਚਿਆ ਤੂੰ ਇਹ ਕਦਮ ਚੁੱਕ ਲੈਣਾ ਵਾ। ਜੇ ਪਤਾ ਹੁੰਦਾ। ਤੁਸੀਂ ਕੀ ਲੱਗਦੇ ਜੀ ਉਹਨਾਂ ਦੇ? ਮੈਂ ਜੀ ਪਿੰਡ ਤੋਂ ਭਾਬੀ ਲੱਗਦੀ। ਹਾਂਜੀ ਤੇ ਇਹ ਮੁੰਡੇ ਦਾ ਸੁਭਾਅ ਕਿਦਾਂ ਦਾ ਸੀ? ਇਹ ਬਹੁਤ ਚੰਗਾ ਜੀ ਮੁੰਡੇ ਦਾ। ਕੋਈ ਪਿੰਡ ਦੇ ਵਿੱਚ ਕਿਸੇ ਨਾਲ ਕੋਈ ਯਾਰੀ ਦੋਸਤੀ, ਇੰਨਾ ਭਲਾ ਲੋਕ ਮੁੰਡਾ ਕਿ ਪਿੰਡ ਦੇ ਵਿੱਚ ਸਿਰਫ ਆਪਣੇ ਕੰਮ ਨਾਲ ਹੀ ਮਤਲਬ ਹੈਗਾ ਉਸ ਮੁੰਡੇ ਨੂੰ। ਤੇ ਉਹਨੇ ਮਤਲਬ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਕਿ ਮੈਂ ਆਹ ਕੰਮ ਕਰਨਾ ਹੈ? ਨਹੀਂ ਦੀ ਗੱਲ ਕੀਤੀ ਨਹੀਂ ਤੇ ਕੰਮ ਹੋਣਾ ਹੀ ਨਹੀਂ। ਅਸੀਂ ਉਹਨੂੰ ਜਾਣ ਦਿੰਦੇ ਸੀ ਸੋਨੇ ਵਰਗੇ ਮੁੰਡੇ ਨੂੰ। ਸਮਝਾਉਂਦੇ ਸੀ ਪੁੱਤ ਕੋਈ ਸੋਨਾ ਹੀ ਹੱਲ ਗਵਾਚ ਹੋ ਜਾਏਗਾ। ਸੋਨਾ ਗਵਾਚ ਗਿਆ ਸਰ ਸਾਡਾ, ਸੋਨਾ ਗਵਾਚ ਗਿਆ। ਹਾਂ ਉਹਨੇ ਧੋਖੇ ਨਾਲ ਮੁੰਡੇ ਨੂੰ ਫਸਾਇਆ। ਤੈਨੂੰ ਨੌਕਰੀ ਦਵਾ ਦਾਂਗਾ, ਤੈਨੂੰ ਐ ਕਰ ਦਾਂਗਾ। ਉਹਦੇ ਸਾਰੇ ਡਾਕੂਮੈਂਟ ਆਪਣੇ ਕੋਲ ਰੱਖੇ। ਉਹਦੇ ਡਾਕੂਮੈਂਟਾਂ ਤੇ ਉਹਨੇ ਸਾਲ ਗੱਡੀ ਲੈ ਲਈ, ਬੱਚੇ ਨੂੰ ਦੱਸਿਆ ਤੱਕ ਨਹੀਂ। ਗੱਡੀ ਲੈ ਕੇ ਵੇਚ ਵੀ ਦਿੱਤੀ। ਫਿਰ ਬਾਅਦ ਵਿੱਚ ਜਦੋਂ ਹੁਣ 1 ਤਰੀਕ ਨੂੰ ਘਰ ਪੇਪਰ ਆਏ ਨੇ ਫਿਰ ਪਤਾ ਲੱਗਾ ਬੱਚੇ ਨੂੰ ਕਿ ਮੇਰੇ ਨਾਲ ਕੀ ਪਾਣਾ ਵਰਤਿਆ। ਉਹਨੇ ਪਤਾ ਨਹੀਂ ਕੀ ਬੱਚੇ ਦੇ ਡਾਕੂਮੈਂਟਾਂ ਤੇ ਅੱਗੇ ਹੋਰ ਕੀ ਕਾਰਵਾਈ ਕੀਤਾ ਹੋਇਆ। ਇਹ FRI ਕਰਾਉਣ ਆਏ, ਇਹਨਾਂ ਨੇ ਦਰਜ ਨਹੀਂ ਕੀਤੀ। ਜੇ ਉਦੋਂ ਨਹੀਂ ਕਰ ਲੈਂਦੇ ਸਾਡਾ ਬੱਚਾ ਸਾਡੇ ਕੋਲ ਹੋਣਾ ਸੀ। ਇਹਨਾਂ ਦੀ ਲਾਪਰਵਾਹੀ ਨਾਲ, ਇਹਨਾਂ ਦੀ ਰਿਸ਼ਵਤਖੋਰੀ ਨਾਲ ਅੱਜ ਸਾਡਾ ਬੱਚਾ ਸਾਡੇ ਕੋਲ ਚਲ ਗਿਆ। ਸਾਡਾ ਬੱਚਾ ਇਹਨਾਂ ਨੇ ਖੋਲਿਆ ਦਵਾਇਆ ਹੋਇਆ। ਕੀ ਨਾਮ ਜੀ ਬੱਚੇ ਦਾ? ਨਾਂ ਕੀ ਸੀ ਜਿਹਦੀ ਡੈਥ ਹੋਈ? ਰਾਘਵ ਸ਼ਰਮਾ। ਅੱਛਾ ਜੀ। ਇਹਨਾਂ ਨੇ ਸਾਡੇ ਪੁੱਤ ਨੂੰ ਠੱਗ ਲਿਆ ਧੋਖੇ ਨਾਲ। ਹਾਂਜੀ। ਪਿਆਰ ਦੀ ਠੱਗ ਲਿਆ ਸਾਡੇ ਪੁੱਤ ਨੂੰ। ਮੇਰੇ ਭਰਾ ਨੂੰ ਭਰਾ ਬਣਾਇਆ ਸੀ। ਉਹਨਾਂ ਕਿਹਾ ਤੇਰੇ ਪੁੱਤ ਨੂੰ ਨੌਕਰੀ ਦਵਾ ਦਾਂਗੇ। ਫਿਰ ਉਹਨੂੰ ਪੈਸੇ ਲੈ ਕੇ ਕਿਹਾ ਕਿਸੇ ਨਾਲ ਗੱਲ ਨਾ ਕਰੀ। ਸਹੁੰ ਪਾਈ ਤੇਰੇ ਪੁੱਤ ਦਾ ਹੀ ਕੰਮ ਕਰਾਉਣਾ ਵਾ, ਖਲਾਰਾ ਨਾ ਪਾਈ। ਅੰਦਰ ਮੇਰੇ ਭਰਾ ਨੂੰ ਭੋਲੇ ਨੂੰ ਠੱਗ ਲਿਆ। ਠੱਗ ਲਿਆ, ਠੱਗਾ ਲਿਆ। ਮੇਰੇ ਭਤੀਜੇ ਨੂੰ ਵੀ ਠੱਗ ਲਿਆ। ਤੁਸੀਂ ਉਹਨਾਂ ਦੇ ਭੂਆ ਜੀ ਜੇ? ਮੇਰਾ ਭਤੀਜਾ ਖੋਲਿਆ ਹੀ ਨੇ ਵਰਗਾ। ਚਲੋ ਹੌਸਲਾ ਰੱਖੋ। ਭਗਤ ਭਤੀਜਾ ਜਾ ਕੇ ਮਾਤਾ ਦੇ ਦੁਆਰੇ ਤੇ ਪੂਜਾ ਪੁਜਾਰੀ ਕਰਦਾ ਸੀ। ਚਲੋ ਹੌਸਲਾ ਰੱਖੋ। ਤੇ ਹੁਣ ਤੁਸੀਂ ਪੁਲਿਸ ਕੋ ਜਾਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ? ਅਸੀਂ ਆਪਣਾ ਸਹੀ ਰੱਬਾ ਚਲੋ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਉਹਨਾਂ ਨੂੰ ਅੰਦਰ ਖਾਣਾ ਤੇ ਸਾਨੂੰ ਇਨਸਾਫ ਮਿਲੇ। ਸਾਡੇ ਬੱਚੇ ਦੀ ਡੈਥ ਬੋਡੀ ਸਾਨੂੰ ਮਿਲੇ। ਸਾਡਾ ਬੱਚਾ ਨਹੀਂ ਸਾਨੂੰ ਲੱਭਣਾ। ਸਾਨੂੰ ਸਹੀ ਇਨਸਾਫ ਚਾਹੀਦਾ। ਸਾਡਾ ਫੁੱਲ ਵਰਗਾ ਬੱਚਾ ਰੋਣ ਡਿਆ ਕਰਦਾ। ਸਾਡੇ ਭੋਲੇ ਭਰਾ ਨੂੰ ਲੁੱਟ ਲਿਆ ਨੇ ਭਰਾ ਬਣ ਕੇ। ਮੇਰੇ ਭਰਾ ਨੂੰ ਲੁੱਟ ਲਿਆ, ਭਰਾ ਬਣ ਕੇ ਲੁੱਟ ਲਿਆ ਮੇਰੇ ਭਰਾ ਨੂੰ। ਸਰ ਜਿਹਨੇ ਡੈਥ ਹੋਈ ਤੁਸੀਂ ਕੀ ਲੱਗਦੇ ਨੇ? ਮੈਂ ਚਾਚਾ ਉਹਦਾ। ਤੇ ਕੀ ਗੱਲ ਹੋਈ ਸਰ, ਕਿਉਂ death ਸਰ ਹੋਈ? ਗੱਲ ਸਾਨੂੰ ਨਾ 1 ਜੁਲਾਈ ਨੂੰ ਸਵੇਰੇ ਤਕਰੀਬਨ 9:30 ਵਜੇ ਇੱਕ ਲੈਟਰ SDM ਆਫਿਸ ਪੱਟੀ ਵੱਲੋਂ ਆਈ ਆ, ਜਿਹਦੇ ਵਿੱਚ ਲਿਖਿਆ ਸੀ ਵੀ ਤੁਸੀਂ ਇੱਕ ਗੱਡੀ ਲਈ ਆ, ਜਿਹਦਾ ਨੰਬਰ ਆ ਲੈਟਰ ਦੇ ਵਿੱਚ ਮੈਂਸ਼ਨ ਹੈ। ਇਹਦੀ ਮੈਂ ਤੁਹਾਨੂੰ ਕਾਪੀ ਦੇ ਦਾਂਗਾ। ਉਹਨਾਂ ਕਿਹਾ ਵੀ ਇਹ ਗੱਡੀ ਤੁਸੀਂ ਲਈ ਆ ਤੇ ਤੁਹਾਡੇ ਕਾਗਜ਼ ਜਿਹੜੇ ਪੂਰੇ ਨਹੀਂ ਹੈਗੇ, ਤੇ ਇਸ ਸੰਬੰਧੀ ਤੁਸੀਂ SDM ਪੱਟੀ ਆਫਿਸ ਆਣ ਕੇ ਆਪਣਾ ਸਪਸ਼ਟੀਕਰਨ ਦਿਓ ਤੇ ਜਿਹੜੇ ਬਣਦੇ ਡਾਕੂਮੈਂਟ ਆ ਉਹ ਪੇਸ਼ ਕਰਾਓ, ਨਹੀਂ ਤੇ ਤੁਹਾਡੀ ਰਜਿਸਟ੍ਰੇਸ਼ਨ ਰੱਦ ਹੋ ਜੂਗੀ। ਜਦੋਂ ਕਿ ਅਸੀਂ ਕੋਈ ਵੀ ਗੱਡੀ ਨਹੀਂ ਸੀ ਲਈ, ਅਸੀਂ ਆਨਲਾਈਨ ਸੌਫਟਵੇਅਰ ਤੇ ਪਾ ਕੇ ਦੇਖਿਆ ਇਹ ETOS ਲੀਵਾ ਗੱਡੀ ਸੀ। ਇਸ ਸੰਬੰਧੀ ਅਸੀਂ ਉਸੇ ਦਿਨ ਹੀ ਉਸੇ ਵੇਲੇ ਦਰਖਾਸਤ ਲਿਖ ਕੇ ਮਜੀਠੇ ਥਾਣੇ ਆਪਾਂ
ਆਏ ਆ ਜੀ ਕੰਪਲੇਂਟ ਕਰਨ। ਅਸੀਂ ਆਣ ਕੇ ਥਾਣਾ ਮਜੀਠੇ ਮੁੰਸ਼ੀ ਜਗਰੂਪ ਸਿੰਘ ਨੂੰ ਮਿਲੇ ਆ ਵੀ ਸਰ ਸਾਡੇ ਨਾਲ ਇਹ ਫਰੋਡ ਹੋਇਆ, ਸਾਡੀ ਦਰਖਾਸਤ ਲਿਖ ਕੇ ਤੇ ਇਹਦੀ ਤਹਿਕੀਕਾਤ ਕੀਤੀ ਜਾਵੇ। ਅੱਗੋਂ ਉਹਨਾਂ ਨੇ ਸਾਨੂੰ ਆਖਿਆ ਵੀ ਤੁਹਾਡੀ ਦਰਖਾਸਤ ਇੱਥੇ ਨਹੀਂ ਬਣਦੀ, ਤੁਸੀਂ ਪੱਟੀ ਜਾ ਕੇ ਦਰਖਾਸਤ ਦਿਓ। ਠੀਕ ਹੈ ਜੀ, ਇਹ ਮੁੰਸ਼ੀ ਜਗਰੂਪ ਸਿੰਘ ਨੇ ਜੀ, ਸਾਡੀ ਦਰਖਾਸਤ ਨਹੀਂ ਲਈ। ਅੱਗੋਂ ਅਸੀਂ ਕਿਹਾ ਵੀ ਸਰ ਸਾਡਾ ਮਜੀਠੇ ਦੇ ਨਾਲ ਪਿੰਡ ਆ, 1.5 ਕਿਲੋਮੀਟਰ ਸਾਡਾ ਪਿੰਡ ਆ, ਅਸੀਂ ਪੱਟੀ ਕਿਸ ਤਰ੍ਹਾਂ ਜਾਈਏ? ਪੱਟੀ ਵੱਲੋਂ ਤੇ ਸਾਨੂੰ ਲੈਟਰ ਆਈ ਆ, ਸਾਡੇ ਨਾਲ ਧੋਖਾ ਆ, ਅਸੀਂ ਆਪਣੇ ਧੋਖੇ ਦੀ ਲੈਟਰ ਮਜੀਠੇ ਥਾਣੇ ਦੇਵਾਂਗੇ। ਇਹਨਾਂ ਨੇ ਅੱਗੋਂ ਸਾਨੂੰ ਬਹੁਤ ਮਾੜਾ ਚੰਗਾ ਬੋਲਿਆ। ਉਲਟਾ ਇਹਨਾਂ ਨੇ ਆਖਿਆ ਵੀ ਕੀ ਪਤਾ ਤੁਸੀਂ ਇਹ ਕੰਮ ਆਪ ਹੀ ਨਹੀਂ ਕੀਤਾ। ਉਦੋਂ ਬਾਅਦ ਸਾਡਾ ਬੱਚਾ ਬਹੁਤ ਜ਼ਿਆਦਾ ਤਣਾਅ 'ਚ ਚੱਲ ਗਿਆ। ਉਸ ਤੋਂ ਬਾਅਦ ਸਾਨੂੰ ਪਤਾ ਲੱਗਾ, ਅਸੀਂ ਪੁੱਛਿਆ ਵੀ ਡਾਕੂਮੈਂਟ ਕਿਹਦੇ ਕੋ ਗਏ ਸੀ। ਇਹ ਸਰ ਬਾਅਦ 'ਚ ਸਾਨੂੰ ਪੁੱਛਿਆ ਉਹਨੇ ਵੀ ਪਾਪਾ ਮੈਂ ਤੇ ਮਨਦੀਪ ਅੰਕਲ ਨੂੰ ਦਿੱਤੇ ਸੀ। ਫਿਰ ਅਸੀਂ ਮਨਦੀਪ ਨਾਲ ਫੋਨ ਤੇ ਗੱਲ ਕੀਤੀ। ਫਿਰ ਉਹਨੇ ਕਿਹਾ ਜੀ ਮਨਦੀਪ ਸਿੰਘ ਕੌਣ ਹੈ? ਇਹ ਸਰ ਮਨਦੀਪ ਸਿੰਘ ਪੁੱਤਰ ਦਲਬੀਰ ਸਿੰਘ ਨਾਗ ਖੁਰਦ ਦਾ ਜੀ, ਇਸ ਵੇਲੇ 37 ਨੰਬਰ ਕੋਠੀ ਆ, SG ਇਨਕਲੇਵ ਫੇਸ 1 'ਚ ਰਹਿਣ ਵਾਲਾ। ਕੀ ਕਰਦਾ ਕੀ ਹੋ? ਸਰ ਉਹ ਪਹਿਲੇ ਡੀਜੇ ਦਾ ਕੰਮ ਕਰਦਾ ਸੀ, ਇਸ ਵੇਲੇ ਗੱਡੀਆਂ ਦੀ ਸੇਲ ਪਰਚੇਸ ਦਾ ਕੰਮ ਕਰਦਾ। ਤੇ ਤੁਸੀਂ ਉਹਨਾਂ ਦੇ ਝਾਂਸੇ 'ਚ ਕਿੱਦਾਂ ਆ ਗਏ? ਸਰ ਸਾਡੀ 2005 ਦੇ ਉਤੋਂ ਸਾਡੀ ਗੱਡੀ ਲੱਗੀ ਸੀ ਉਹਨਾਂ ਦੇ ਡੀਜੇ ਦੇ ਨਾਲ। ਸਾਡੇ ਬਹੁਤ ਵਧੀਆ ਪਰਿਵਾਰਕ ਰਿਲੇਸ਼ਨ ਸੀ। 1.5 ਸਾਲ ਪਹਿਲੇ ਉਹਨਾਂ ਨੇ ਸਾਨੂੰ ਆਖਿਆ ਵੀ ਤੁਹਾਡੇ ਬੇਟੇ ਦੀ ਨੌਕਰੀ ਮੈਂ ਕਾਰਪੋਰੇਸ਼ਨ ਦੇ ਵਿੱਚ ਲਵਾ ਦਿੰਦਾ, 5 ਲੱਖ ਰੁਪਇਆ ਲੱਗੂਗਾ, ਪਰ ਤੁਸੀਂ ਮੇਰੇ ਆਪਣੇ ਜੇ, ਮੈਂ 3.5 'ਚ ਕਰਵਾ ਦੇਣਾ, ਮੈਂ ਆਪਣੇ ਬੇਟੇ ਨੂੰ ਵੀ ਕਰਵਾਉਣਾ ਵਾ, ਹੋਰ ਵੀ 1-2 ਲੜਕੇ ਕਰਵਾਉਣੇ, ਤੁਹਾਨੂੰ ਵੀ ਕਰਵਾ ਦੇਣਾ। ਅਸੀਂ ਕਿਹਾ ਵੀ ਗਰੀਬ ਬੰਦੇ ਆ, ਸਾਡੇ ਕੋਲ ਇੰਨੇ ਪੈਸੇ ਨਹੀਂ ਆ। ਉਹਨੇ ਬੜਾ ਮਜਬੂਰ ਕੀਤਾ, ਨਹੀਂ ਤੁਹਾਡੇ ਬੱਚੇ ਦੀ ਜ਼ਿੰਦਗੀ ਬਣ ਜੂਗੀ। ਫਿਰ ਕੋਈ ਤਕਰੀਬਨ 1.5 ਸਾਲ ਪਹਿਲੇ ਸਾਡੇ ਘਰ ਆਣ ਕੇ, ਸੋਹਣ ਲਾਲ ਜੀ ਦੇ ਘਰ ਆਣ ਕੇ, ਮੇਰੀ ਤੇ ਸੋਹਣ ਲਾਲ ਜੀ ਦੀ ਤੇ ਉਹ ਬੇਟੇ ਦੀ ਹਾਜ਼ਰੀ ਦੇ ਵਿੱਚ ਮਨਦੀਪ ਸਿੰਘ ਨੇ 1.5 ਲੱਖ ਕੈਸ਼ ਸਾਡੇ ਕੋਲੋਂ ਘਰੋਂ ਖੜਿਆ। ਇਹ ਕਿਸ ਸਿਲਸਿਲੇ 'ਚ? ਨੌਕਰੀ ਦਿਵਾਉਣ ਦੇ ਚੱਕਰ 'ਚ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ। ਨੌਕਰੀ ਲਵਾਈ ਜੀ? ਨਹੀਂ ਜੀ, ਨਾ ਨੌਕਰੀ ਬੰਦਾ ਚਲਾ ਸਰ ਉਹਦੇ ਨਾਲ ਸਾਡੇ 10ਵੀਂ ਦੇ ਤੇ +2 ਦੇ ਓਰੀਜਨਲ ਡਾਕੂਮੈਂਟ ਵੀ ਲੈ ਗਿਆ, ਉਹਨਾਂ ਦੀਆਂ ਫੋਟੋ ਕਾਪੀਆਂ ਵੀ ਸੈਲਫ ਟੈਸਟ ਕਰਾ ਕੇ ਲੈ ਗਿਆ, ਆਧਾਰ ਕਾਰਡ ਪੈਨ ਕਾਰਡ ਵੀ ਲੈ ਗਿਆ, ਤੇ ਇੱਕ ਪਾਸਬੁੱਕ ਦੀ ਕਾਪੀ ਉਹਨੇ ਨਾਲ ਖੜੀ ਆ ਵੀ ਇੱਥੇ ਤੁਹਾਡੀ ਅਕਾਊਂਟ ਦੇ ਵਿੱਚ ਤੁਹਾਡੀ ਸੈਲਰੀ ਆਇਆ ਕਰਨੀ ਆ। ਕਾਫੀ ਸਮਾਂ ਬੀਤ ਗਿਆ, ਅਸੀਂ ਇਹਨੂੰ ਆਖਿਆ ਵੀ ਕਰਾਉਂਦਾ ਨਹੀਂ ਆ, ਕਰਾ ਦੂੰਗਾ, ਹੋ ਜਾਏਗਾ। ਉਹ ਚੰਨੀ ਨਾਲ ਮੇਰੀ ਗੱਲ ਹੋ ਗਈ ਆ, ਮੁੱਖ ਮੰਤਰੀ ਚੰਨੀ ਨਾਲ। ਉਸ ਤੋਂ ਬਾਅਦ ਆਂਦਾ ਜੀ ਹੁਣ ਇਲੈਕਸ਼ਨ ਆ ਗਈ ਆ, ਗਾਂ ਵੀ ਆਪਣੀ ਕਾਂਗਰਸ ਸਰਕਾਰ ਆਈ ਨਹੀਂ, ਤੁਹਾਡਾ ਕੰਮ ਹੋ ਜਾਏਗਾ। ਇਹ ਪੋਲੀਟੀਕਲ ਬੰਦਾ ਹੈ ਜੀ? ਸਰ ਪਤਾ ਨਹੀਂ, ਗੱਡੀਆਂ ਦੀ ਸੇਲ ਪਰਚੇਸ ਦਾ ਕਰਦਾ, ਇਹਦੇ ਲਿੰਕ ਹੁਣ ਸਾਨੂੰ ਉਹਦੇ ਬਾਰੇ ਨਹੀਂ ਪਤਾ। ਇਹਨੇ ਹਾਂ ਚੰਨੀ ਦਾ ਜ਼ਰੂਰ ਨਾਂ ਲਿਆ ਜੀ, ਚੰਨੀ ਦੇ ਨਾਲ ਮੇਰੀ ਗੱਲ ਹੋਈ ਆ, ਕਰਨ ਸ਼ਾਇਦ ਫਰੋਡ ਹੀ ਰਿਹਾ ਸੀ। ਹੁਣ ਜਦੋਂ ਸਾਨੂੰ ਇਸ ਸਿਲਸਿਲੇ 'ਚ ਪਤਾ ਲੱਗਾ, ਅਸੀਂ ਇਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ। ਮੈਂ ਵੀਰ ਜੀ ਸੋਹਣ ਲਾਲ ਤੇ ਰਾਘਵ ਗਏ ਆ, 7 ਤਰੀਕ ਨੂੰ ਇਹਨੂੰ ਮਿਲੇ ਆ ਇਹਦੇ ਘਰ ਦੇ ਵਿੱਚ। ਇਹਨੇ ਸਾਨੂੰ ਕੋਈ ਸਪਸ਼ਟੀਕਰਨ ਨਹੀਂ ਦਿੱਤਾ, ਇਹੀ ਆਖਿਆ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਕੇ ਮਿਲਾਂਗਾ। ਫਿਰ 8 ਤਰੀਕ ਨੂੰ ਅੰਮ੍ਰਿਤਸਰ ਇਹ ਮੋਟਰਸਾਈਕਲ ਦੀ ਨੰਬਰ ਪਲੇਟ ਰਾਘਵ ਤੇ ਵੀਰ ਜੀ ਗਏ ਆ ਆਪਣੀ ਉਹ ਸਰ ਨਿਊ ਅੰਮ੍ਰਿਤਸਰ ਸਰਕਾਰੀ ਜਿਹੜੀ ਨੰਬਰ ਪਲੇਟ ਲੱਗਦੀ ਲਵਾਉਣ। ਉੱਥੇ ਇਹਦੀ ਕੋਲ ਆਈ ਆ ਵੀਰ ਜੀ ਨੂੰ, ਸੋਹਣ ਲਾਲ ਨੂੰ, ਵੀ ਮੈਂ ਤੁਹਾਨੂੰ ਮਿਲਣਾ ਵਾ। ਉਸ ਤੋਂ ਬਾਅਦ ਇਹ ਆਇਆ ਵਾ। ਫਿਰ ਵੀਰ ਨੇ ਆਖਿਆ ਵੀ ਮੁੰਡਾ ਮੇਰਾ ਬਹੁਤ ਤਣਾਅ 'ਚ ਆ, ਕੋਈ ਮਸਲਾ ਹੱਲ ਕਰੋ, ਕੀ ਕਰਨਾ ਵਾ, ਜੇ ਮੁੰਡਾ ਨੂੰ ਕੁਛ ਹੋ ਗਿਆ ਤੇ ਸਾਡਾ ਕੀ ਬਣੂ। ਇਹ ਆਂਦਾ ਕੋਈ ਨਹੀਂ ਮੈਂ ਸਮਝਾਉਣਾ। ਇਹ ਸਾਡੇ ਲਾਗੋਂ ਮੁੰਡੇ ਨੂੰ ਵੀਰ ਜੀ ਦੇ ਲਾਗੋਂ ਸਾਈਡ ਤੇ ਲੈ ਗਿਆ। ਇਹਨੇ ਪਤਾ ਨਹੀਂ ਸਾਈਡ ਤੇ ਜਾ ਕੇ ਕੀ ਮੁੰਡੇ ਨੂੰ ਆਖਿਆ, ਮੁੰਡੇ ਨੇ ਸਾਨੂੰ ਨਹੀਂ ਦੱਸਿਆ, ਮੁੰਡਾ ਚੁੱਪ ਕਰ ਗਿਆ। ਉਸ ਤੋਂ ਬਾਅਦ ਸਾਡੇ ਨਾਲ ਉਹਨੇ ਕੋਈ ਗੱਲਬਾਤ ਨਹੀਂ ਕੀਤੀ। ਅਸੀਂ ਪੁੱਛਦੇ ਨੇ ਆ, ਨਹੀਂ ਦੱਸਿਆ। ਕੱਲ ਵੀਰ ਜੀ ਆਪਣਾ ਟਰੱਕ ਡਰਾਈਵਰ ਆਪਣੇ ਕੈਂਟਰ ਗੱਡੀ ਉਹਨਾਂ ਦੀ ਫੇਰਾ ਲਾਉਣ ਚਲ ਗਏ ਬਟਾਲੇ। ਮਗਰੋਂ ਮੁੰਡੇ ਨੇ ਮਜੀਠਿਓਂ ਖਾਦ ਖੜੀ ਆ, ਆਂਦਾ ਉੱਥੇ ਥੋੜਾ ਜਿਹਾ ਢਿੰਜਣ ਬੀਜਿਆ, 2-3 ਮਰਲੇ ਹੋ ਗਏ, ਮੈਂ ਖਾਦ ਪਾਵਾਂ। ਅੱਗੇ ਵੀ ਨਾ ਇਹਦਾ ਨੇਚਰ ਇਸ ਤਰ੍ਹਾਂ ਦਾ, ਸਾਰੀ ਦਿਹਾੜੀ ਮੰਦਰ ਸੇਵਾ ਕਰਦਾ ਰਹਿੰਦਾ। ਉੱਥੇ ਅਸੀਂ ਆਖਿਆ ਸੇਵਾ ਕਰਨ ਗਿਆ, ਕਰੀਬ 4:30 ਵਜੇ ਰੌਲਾ ਪਿਆ ਵਾ, ਪਿੰਡ ਵਾਲਿਆਂ ਨੇ ਚੀਕਾਂ ਸੁਣੀਆਂ। ਉੱਥੇ ਇੱਕ ਮੁੰਡੇ ਨੇ ਭੱਜ ਕੇ ਸਾਨੂੰ ਆਖਿਆ ਵੀ ਰਘੂ ਤੁਹਾਡਾ, ਨਿਕਨੇਮ ਇਹਦਾ ਰਘੂ ਆ, ਰਘੂ ਤੁਹਾਡਾ ਉੱਥੇ ਚੀਕਾਂ ਮਾਰਦਾ ਸੀ। ਭੱਜੇ ਗਏ ਆ, ਉੱਥੇ ਲੰਮੇ ਪਿਆ ਸੀ, ਚੀਕਾਂ ਮਾਰਨ ਡਿਆ ਸੀ, ਪੋਟੀ ਵੀ ਦੀ ਨਿਕਲ ਗਈ ਸੀ। ਅਸੀਂ ਹਸਪੀਟਲ ਖੜਿਆ, ਪਰ ਉੱਥੇ ਜਾ ਕੇ ਇਹਦੀ ਡੈਥ ਹੋ ਗਈ। ਇਸ ਸੰਬੰਧੀ ਅਸੀਂ ਕੱਲ ਥਾਣਾ ਮਜੀਠਾ 'ਚ ਦਰਖਾਸਤ ਦਿੱਤੀ ਸੀ, ਜਦੋਂ ਕਿ ਰਾਤ ਸਵੇਰ ਤੱਕ ਵੀ ਕੋਈ ਮੌਕਾ ਵੇਖਣ ਨਹੀਂ ਸੀ ਗਿਆ, ਕੋਈ ਬੰਦੀ ਢੁਕਵੀਂ ਕਾਰਵਾਈ ਨਹੀਂ ਹੋਈ। ਅੱਜ ਸਵੇਰੇ ਅਸੀਂ ਰੌਲਾ ਪਾਇਆ, ਫਿਰ ASI ਹਰਜਿੰਦਰ ਸਿੰਘ ਮੌਕਾ ਵੇਖਣ ਗਿਆ। ਕੱਲ ਵੀ ਸਾਡੇ ਕੋਲ ਸਿਰਫ ਇਹੋ ਪਹੁੰਚਿਆ, ਕੋਈ SHO ਨਹੀਂ, ਕੋਈ ਸਟਾਫ ਨਹੀਂ। ਹੁਣ ਪੁਲਿਸ ਕੀ ਕਰਕੇ ਰਹੀ ਹੈ ਕਾਰਵਾਈ? ਹੁਣ ਪੁਲਿਸ ਨੇ 306 ਦੀ ਕਾਰਵਾਈ ਕਰਕੇ ਛੱਡਤਾ ਸੀ ਜੀ, ਹੋਰ ਕੋਈ ਕਾਰਵਾਈ ਨਹੀਂ। ਹੁਣ ਕੁਛ ਨਵੀਂ ਕਾਰਵਾਈ ਕੀਤੀ ਹੈ, ਤੇ ਮੁੰਸ਼ੀ ਸਾਹਿਬ ਦੇ ਵੀ ਕੋਈ ਕਾਰਵਾਈ ਨਹੀਂ ਕੀਤੀ। ਹੁਣ ਅਸੀਂ ਮੁੰਸ਼ੀ ਸਾਹਿਬ ਦੇ ਵੀ ਦਰਖਾਸਤ ਦੇਣ ਲੱਗੇ ਹਾਂ, ਦੇਤੀ ਆ ਜੀ। ਹੁਣ ਜੋ ਵੀ ਅਗਲੀ ਕਾਰਵਾਈ ਉਹ SHO ਸਾਹਿਬ ਨੂੰ ਪੁੱਛਦੇ ਆ ਕੀ ਕੀਤੀ ਉਹਨਾਂ ਨੇ। ਕੋਈ ਗ੍ਰਿਫਤਾਰੀ ਹੋਈ ਜੀ? ਕੋਈ ਨਹੀਂ ਸਰ, ਹਜੇ ਤੱਕ ਕੋਈ ਨਹੀਂ। ਜਦੋਂ ਕਿ ਮੁੰਸ਼ੀ ਖੁਦ ਇਸ ਵੇਲੇ ਮੌਜੂਦ ਥਾਣੇ ਜਿਨ੍ਹਾਂ ਨੇ ਹੁਣੇ ਪਤਾ ਨਹੀਂ ਕਿੱਥੇ ਗਾਮਸ਼ਾ ਕਰਤਾ, ਮੁੰਸ਼ੀ ਤੱਕ ਨਹੀਂ ਇਹਨਾਂ ਅਰੈਸਟ ਕੀਤਾ। ਤੁਹਾਡੇ ਵੱਲੋਂ ਕੀ ਮੰਗ ਹੈ? ਸਾਡੇ ਵੱਲੋਂ ਸਰ ਇਹੀ ਮੰਗ ਆ ਕਿ ਮੁੰਸ਼ੀ ਜਗਰੂਪ ਸਿੰਘ ਨੂੰ ਤੇ ਮਨਦੀਪ ਸਿੰਘ ਨੂੰ
ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਇਨਸਾਫ ਕੀਤਾ ਜਾਵੇ। ਮੁਕੱਦਮਾ ਨੰਬਰ 110 ਅਸੀਂ ਕੱਲ੍ਹ ਰਜਿਸਟਰ ਕੀਤਾ ਸੀ, ਜਿਹਦੇ ਵਿੱਚ ਇੱਕ ਕੋਈ ਡਿਸੀਜ਼ਡ ਸੀਗਾ ਰਾਘਵ ਸ਼ਰਮਾ ਨਾਮ ਦਾ, ਜਿਹਨੇ ਕਿ ਸੁਸਾਈਡ ਕਰ ਲਿਆ ਸੀਗਾ। ਉਹਦੇ ਰਿਲੇਟਿਡ ਨਾਲ ਜਿਹੜੀ FIR ਕੀਤੀ ਸੀ ਅੰਡਰ ਸੈਕਸ਼ਨ 306 ਆਈ ਸੀ, ਉਹਦੇ ਵਿੱਚ ਜਿਹੜਾ ਵਾ ਮ੍ਰਿਤਕ ਨੇ ਆਪਣੇ ਜਿਹੜੇ ਪਿੰਡ ਦੇ ਰਹਿਣ ਵਾਲੇ ਕਿਸੇ ਤੇ ਇਲਜ਼ਾਮ ਲਾਇਆ ਸੀ ਕਿ ਉਹਦੇ ਰਿਲੇਟਿਡ FIR ਕੀਤੀ। ਉਹ ਮੁਕੱਦਮੇ ਦੇ ਵਿੱਚ ਸੰਬੰਧਿਤ ਅੱਜ ਮ੍ਰਿਤਕਾਂ ਦੇ ਪਰਿਜਨਾਂ ਵੱਲੋਂ ਜਿਹੜੇ ਇੱਥੇ ਥਾਣੇ ਆਏ। ਸਰ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਜਿਹੜੇ ਮੁਲਾਜ਼ਮ ਮੁਨਸ਼ੀ ਵੱਲੋਂ ਵੀ ਉਹਨਾਂ ਨੂੰ ਹਰਾਸਮੈਂਟ ਕੀਤਾ ਗਿਆ, ਉਹਨਾਂ ਨੇ ਗਲਤ ਸ਼ਬਦਾਵਲੀ ਬੋਲੀ ਗਈ, ਇਸ ਲਈ ਉਹ ਡਿਪਰੈਸ਼ਨ 'ਚ ਆ ਕੇ ਉਹਨਾਂ ਨੇ ਇਹ ਕੰਮ ਕੀਤਾ। ਜੋ ਉਹਦੇ ਲੜਕਾ ਜੋ ਡਿਸੀਜ਼ ਦੀ ਜਿਹਦੀ ਮੌਤ ਹੋਈ ਹੈ ਰਾਘਵ ਸ਼ਰਮਾ, ਉਹਨੇ 1/7 ਨੂੰ ਆਣ ਕੇ ਇੱਥੇ ਕੋਈ ਦਰਖਾਸਤ ਦਿੱਤੀ ਸੀ। ਉਹ ਦਰਖਾਸਤ ਦੇ ਰਿਲੇਟਿਡ ਜਿਹੜਾ ਵਾ ਜੋ ਉਹਨਾਂ ਦੇ ਪਰਿਜਨਾਂ ਦੇ ਕਹੇ ਮੁਤਾਬਿਕ ਕਿ ਇਹਨਾਂ ਨਾਲ ਜਿਹੜੀ ਇਹ ਬਦਸਲੂਕੀ ਕੀਤੀ ਗਈ ਜਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਡੀਲ ਕੀਤਾ ਗਿਆ, ਉਹਦੇ ਲਈ ਜਿਹੜਾ ਵਾ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਲਿਆ ਕੇ ਜਿਹੜੀ ਮੁਖੀ ਦੇ ਖਿਲਾਫ ਬੰਦੀ ਕਾਰਵਾਈ ਕਰ ਦਿੱਤੀ ਗਈ। ਕੀ ਕਾਰਵਾਈ ਕੀਤੀ ਗਈ? ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਿਹੜੇ ਜਿਨ੍ਹਾਂ ਦੇ ਕਾਰਨ ਖੁਦਕੁਸ਼ੀ ਕੀਤੀ? ਉਹਨਾਂ ਤੇ ਕੱਲ 110 ਨੰਬਰ ਮੁਕੱਦਮਾ ਅੰਡਰ ਸੈਕਸ਼ਨ 306 420 468 IPC ਜਿਹੜਾ ਫੌਰਜਰੀ ਦੇ ਤਹਿਤ ਹੀ ਦਰਜ ਕਰਕੇ ਜਿਹੜੀ ਅੱਗੇ ਦੋਸ਼ੀਆਂ ਦੀ ਛਾਪੇਮਾਰੀ ਲਈ ਜਿਹੜੀ ਗ੍ਰਿਫਤਾਰੀ ਦੀ ਛਾਪੇਮਾਰੀ ਕਰਨੀ ਹੋਵੇਗੀ। ਤੇ ਸਾਰੇ ਜਿਹੜੀ ਕਾਰਵਾਈ ਆ ਸਿਰਫ ਸਿੰਗਲ ਪਰਸਨ ਤੇ ਕੀਤੀ ਗਈ ਹੈ ਤੇ ਕੀ ਨਾਮ ਉਹਦਾ? ਮੁਕੱਦਮੇ ਦੇ ਵਿੱਚ ਇੱਕੋ ਹੀ ਦੋਸ਼ੀ ਹੈ, ਉਹਦੇ ਮਨਦੀਪ ਸਿੰਘ ਦੇ ਨਾਮ ਤੇ ਹੀ ਹੈ, ਨਾਗ ਦਾ ਹੀ ਰਹਿਣ ਵਾਲਾ ਉਹਦੇ ਖਿਲਾਫ ਕੀਤੀ। ਨਹੀਂ, ਜਿਹੜੇ ਇੱਥੇ ਮੁਲਾਜ਼ਮ ਤੇ ਜਿਹੜੀ ਕਾਰਵਾਈ ਕੀਤੀ, ਮੁਲਾਜ਼ਮ ਜਿਹੜਾ ਮੁੱਖ ਮੁਖੀ ਦੇ ਖਿਲਾਫ ਜਗਰੂਪ ਸਿੰਘ ਦੇ ਖਿਲਾਫ ਕਾਰਵਾਈ ਕੀਤੀ। ਕੀ ਕਾਰਵਾਈ ਹੋਈ? ਸਰ ਸਲਾਈਡਰ ਵਾਲਾ ਕਰਕੇ ਤੇ ਗੱਲ ਕਰਨੀ ਸਪਸ਼ਟ। ਸਰ ਇਸ ਸੰਬੰਧ ਵਿੱਚ ਕਿਹਦੀ ਗ੍ਰਿਫਤਾਰੀ ਹੋਈ ਹੈ ਹੁਣ ਤੱਕ? ਨਹੀਂ, ਹਜੇ ਪਹਿਲੇ ਨਹੀਂ ਹੋਈ, ਲੇਟ ਨਾਈਟ ਹੀ ਪਰਚਾ ਦਰਜ ਹੋਇਆ, ਉਹਨਾਂ ਲਈ ਜਿਹੜੀ ਰੇਡ ਕੀਤੀ ਜਾ ਰਹੀ ਦੋਸ਼ੀਆਂ ਦੀ। ਤੇ ਸਰ ਜਿਹੜੀ ਉਹ ਇੱਕ ਜਿਹੜੀ ਗੱਡੀ ਦਾ ਮਸਲਾ ਵਾ, ਉਹਦੇ ਵਿੱਚ ਇੱਕ ਹੀ ਗੱਡੀ ਆ ਜਿਹੜੀ ਇਹਦੇ ਦੇ ਨਾਂ ਤੇ ਲਈ ਆ ਜਾਂ ਹੋਰ ਵੀ ਹੈਗੀਆਂ ਇਹਦੇ ਬਾਰੇ ਕੁਝ ਪਤਾ? ਦੇਖੋ, ਇਹਨਾਂ ਦੋਵਾਂ ਦੇ ਆਪਸ ਵਿੱਚ ਫੈਮਿਲੀ ਰਿਲੇਸ਼ਨ ਸੀ ਤੇ ਉਹਦੇ ਵਿੱਚ ਜਿਹੜੀ ਗੱਡੀ ਹੈ ਉਹ ਰਾਘਵ ਸ਼ਰਮਾ ਦੇ ਨਾਮ ਤੇ ਸੀਗੀ। ਹੁਣ ਉਹ ਤਫਤੀਸ਼ ਦਾ ਹਿੱਸਾ ਕਿ ਰਾਘਵ ਸ਼ਰਮਾ ਨੇ ਜਿਹੜਾ ਵਾ ਆਪਣੇ ਨਾਮ ਤੇ ਦਿੱਤੀ ਜਾਣਬੁੱਝ ਕੇ ਜਾਂ ਮਨਦੀਪ ਨੇ ਧੋਖੇ ਨਾਲ ਜਿਹੜੀ ਉਹਦੇ ਕੋਲ ਆਪਣੇ ਨਾਮ ਤੇ ਕਰਵਾਈ, ਜੋ ਵੀ ਉਹਦੀ ਤਫਤੀਸ਼ ਦੇ ਵਿੱਚ ਆਏਗਾ ਸਾਹਮਣੇ ਜਿਹਦੇ ਡਿਸੀਜ਼ ਜਿਹਦੀ ਡੈਥ ਹੋਈ ਹੈ। ਸੋ ਕਿੰਨੀ ਕੁ ਉਮਰ ਹੈ ਬੱਚੇ ਦੀ? ਕਿੰਨੀ ਉਮਰ ਹੈ? 20-22 ਸਾਲ ਉਮਰ ਹੈ ਕਰੀਬ। ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ? ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ 110 ਨੰਬਰ ਮੁਕੱਦਮਾ 306 420 ਦਾ ਉਹ ਦਰਜ ਰਜਿਸਟਰ ਕੀਤਾ ਗਿਆ, ਕੱਲ ਲੇਟ ਨਾਈਟ ਹੀ ਹੋਇਆ। ਠੀਕ ਹੈ ਜੀ।